ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕਿਸਾਨ ਅੰਦੋਲਨ ਕੇਂਦਰ ਦੇ ਦੋਹਰੇ ਰਵੱਈਏ ਬਾਰੇ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਹਮੀਰ ਸਿੰਘ ਜੀ, ਕੇਂਦਰ ਤੇ ਕਿਸਾਨ ਜਥੇਬੰਦੀਆਂ ਵਿਚਕਾਰ ਕੱਲ 8ਵੇਂ ਦੌਰ ਦੀ ਜਿਹੜੀ ਮੀਟਿੰਗ ਹੋਈ ਹੈ ਉਹ ਬੇਸਿੱਟਾ ਰਹੀ ਹੈ। ਕੱਲ ਕੇਂਦਰ ਨੇ ਸਪਸ਼ਟ ਕਰ ਦਿੱਤਾ ਵੀ ਕਿ ਇਹ ਕਾਨੂੰਨ ਤਾਂ ਰੱਦ ਨਹੀਂ ਹੋਣਗੇ, ਤਾਂ ਇਸ ਮੀਟਿੰਗ ਦੀ ਕਾਰਗੁਜ਼ਾਰੀ ਨੂੰ ਤੁਸੀਂ ਕਿਵੇਂ ਦੇਖਦੇ ਹੋ? ਹਾਂ, ਬੇਸਿੱਟਾ ਇੱਕ ਸੈਂਸ 'ਚ ਰਹੀ ਹੈ ਕਿ ਕੋਈ ਫੈਸਲਾ ਨਹੀਂ ਹੋਇਆ, ਪਰ ਬੇਸਿੱਟਾ ਤਾਂ ਨਹੀਂ ਉਹਨੂੰ ਉਸ ਰੂਪ 'ਚ ਕਹਿ ਸਕਦੇ ਕਿਉਂਕਿ ਕਿਸਾਨ ਆਗੂਆਂ ਨੇ ਆਪਣੀ ਗੱਲ ਪੂਰੀ ਉਸ ਨਾਲ ਰੱਖੀ ਹੈ ਕਿ ਅਸੀਂ ਤੁਹਾਡੇ ਕੋਲ ਆਏ ਹਾਂ, ਗੱਲਬਾਤ ਕਰਨ ਲਈ ਤਿਆਰ ਹਾਂ, ਪਰ ਗੱਲ ਅੱਗੇ ਵਧਾਓ ਕਿ ਨਵੀਂ ਪ੍ਰਪੋਜ਼ਲ ਕੀ ਹੈ। ਜਿਹੜੀ ਕੇਂਦਰ ਸਰਕਾਰ ਨਵੀਂ ਪ੍ਰਪੋਜ਼ਲ ਦੀ ਗੱਲ ਕਰ, ਨਵੀਂ ਪ੍ਰਪੋਜ਼ਲ ਕੋਈ ਨਹੀਂ ਆਈ ਇਸ ਕਰਕੇ। ਹਾਂ, ਦੂਜੀ ਗੱਲ ਇਹ ਹੈ ਕਿ ਇਹਦੇ 'ਚੋਂ ਇਹ ਨਤੀਜਾ ਨਿਕਲੇ ਹੈ ਕਿ ਹੁਣ ਉਹਨਾਂ ਨੇ ਪੱਕਾ ਹੀ ਇਹ ਕਹਿਤਾ ਵੀ ਜੇ ਤਿੰਨੇ ਬਿੱਲਾਂ ਤੇ ਤਿੰਨੇ ਕਾਨੂੰਨਾਂ ਨੂੰ ਵਾਪਸੀ ਦੀ ਗੱਲ ਕরেं ਤਾਂ ਅਦਾਲਤ ਚਲੇ ਜਾਓ। ਗਵਰਨਮੈਂਟ ਇਹ ਕਹਿ ਰਹੀ ਹੈ ਤੁਸੀਂ ਅਦਾਲਤ ਚਲੇ ਜਾਓ, ਤੇ ਕਿਸਾਨ ਜਥੇਬੰਦੀਆਂ ਨੇ ਫੈਸਲਾ ਕੀਤਾ ਕਿ ਅਸੀਂ ਅਦਾਲਤ ਕਿਉਂ ਚਲੇ ਜਾਈਏ, ਅਸੀਂ ਅਦਾਲਤ ਨਹੀਂ ਜਾਣਾ, ਇਹ ਜਮਹੂਰੀ ਮੁਲਕ ਹੈ, ਤੁਸੀਂ ਜਮਹੂਰੀਅਤ ਦੇ ਆਧਾਰ 'ਤੇ ਸਾਡੇ ਨਾਲ ਗੱਲ ਕਰੋ। ਜਦੋਂ ਇਹ ਦਲੀਲ ਦਿੰਦੇ ਨੇ ਕਿਸਾਨ ਜਥੇਬੰਦੀਆਂ ਕਿ ਤੁਹਾਡਾ ਜਿਹੜਾ ਫੈਸਲਾ ਹੈ ਗੈਰ ਸੰਵਿਧਾਨਕ ਹੈ, ਤਾਂ ਉਹਨਾਂ ਨਾਲ ਚਰਚਾ ਤਾਂ ਕਰਨੀ ਚਾਹੀਦੀ ਹੈ ਉਹਨਾਂ ਨੂੰ ਨਾ, ਕਿ ਉਹ ਕਹਿਣ ਵੀ ਦੱਸੋ ਕਿਵੇਂ ਗੈਰ ਸੰਵਿਧਾਨਕ ਹੈ, ਫਿਰ ਉਹ ਕਹਿਣ ਗੈਰ ਸੰਵਿਧਾਨਕ ਕਿਉਂ ਨਹੀਂ। ਇੱਕ ਚਰਚਾ ਤਾਂ ਕਰੋ। ਇੱਥੇ ਚਰਚਾ ਵੀ ਨਹੀਂ ਕਰਦੇ, ਤੁਸੀਂ ਕਹਿੰਦੇ ਹੋ ਅਦਾਲਤ ਚਲੇ ਜਾਓ। ਅਦਾਲਤ ਉਹ ਫਿਰ ਕਹਿ ਰਹੇ ਨੇ ਵੀ ਅਸੀਂ ਜਾ ਕੇ ਫਸਣਾ ਨਹੀਂ ਚਾਹੁੰਦੇ, ਜਿਹੜੇ ਵੀ ਉਹਨਾਂ ਨੇ ਆ ਕੇ ਗੱਲ ਕੀਤੀ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਕਿ ਇੰਨੇ ਕੇਸ ਪੈਂਡਿੰਗ ਪਏ ਨੇ ਬੜੇ ਲੰਮੇ ਸਮੇਂ ਤੋਂ ਜਿਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ, ਤੇ ਇਹਦਾ ਮਤਲਬ ਐਡੀ ਵੱਡੀ ਮੂਵਮੈਂਟ 'ਚ ਅਸੀਂ ਉੱਥੇ ਜਾ ਕੇ ਫਿਰ ਘਰ ਨੂੰ ਵਗ ਜਾਈਏ ਤੇ ਫਿਰ ਤੁਸੀਂ ਕਹੋਗੇ ਚਲੋ ਜੀ ਜੋ ਵੀ ਮਰਜ਼ੀ ਹੋ ਗਿਆ। ਇਹ ਨਹੀਂ ਅਸੀਂ ਕਰ ਸਕਦੇ। ਅਸੀਂ ਜਮਹੂਰੀ ਤਰੀਕੇ ਨਾਲ ਇੱਕ ਸਰਕਾਰ ਚੁਣੀ ਹੈ, ਉਹ ਸਰਕਾਰ ਦੀ ਜ਼ਿੰਮੇਵਾਰੀ ਹੈ ਲੋਕਾਂ ਦੀ ਗੱਲ ਸੁਣੇ, ਤੇ ਉਹ ਗੱਲ ਜੇਕਰ ਨਹੀਂ ਸੁਣਦੀ ਤਾਂ ਉਹਦੇ ਖਿਲਾਫ ਲੋਕਾਂ ਦਾ ਇੱਕ ਡੈਮੋਕ੍ਰੈਟਿਕ ਰਾਈਟ ਹੈ ਤੇ ਬੁਨਿਆਦੀ ਹੱਕ ਹੈ ਸ਼ਾਂਤਮਈ ਜਿਹੜਾ ਪ੍ਰਦਰਸ਼ਨ ਕਰਨ ਦਾ। ਇਸੇ ਕਰਕੇ ਉਹ ਗੱਲ ਫਿਰ ਉਸ ਤੋਂ ਬਾਅਦ ਅੱਗੇ ਉਹਦੇ ਤੇ ਅੜੀ ਹੈ, ਤੇ ਹੁਣ ਅੜੀ ਗੌਰਮੈਂਟ ਦੀ ਅੜੀ ਹੈ ਕਿਉਂਕਿ ਉਹ ਨੁਕਤੇ ਤੇ ਉਹ ਗੱਲ ਕਰਨ ਲਈ ਵੀ ਤਿਆਰ ਨਹੀਂ ਹੈ ਕਿ ਗੈਰ ਸੰਵਿਧਾਨਕ ਕਿਵੇਂ ਹੈ ਜਾਂ ਬਾਕੀ ਹੈ, ਪਹਿਲਾਂ ਜਿਹੜੇ ਨੁਕਤਿਆਂ ਤੇ ਗੱਲ ਕਰਨੀ ਸੀ। ਇਸੇ ਕਰਕੇ ਹੁਣ ਕਿਸਾਨ ਜਥੇਬੰਦੀਆਂ ਨੂੰ ਵੀ ਇਹ ਪਤਾ ਹੈ ਕਿ ਜੇਕਰ ਅਸੀਂ ਘੱਟ ਤੇ ਮੰਨਦੇ ਹਾਂ ਜਾਂ ਬਾਕੀ ਲੋਕ ਜਿੰਨੇ ਵੀ ਉੱਥੇ ਇੰਨਾ ਲੰਮੇ ਸਮੇਂ ਤੋਂ ਬੈਠੇ ਹੋਏ ਨੇ, 1.5 ਮਹੀਨੇ ਤੋਂ ਵੱਧ ਸਮਾਂ ਤਾਂ ਦਿੱਲੀ ਹੋ ਗਿਆ ਤੇ ਬਾਕੀ ਇੱਥੇ ਕਿੰਨਾ ਸਮਾਂ ਹੋ ਗਿਆ, ਉਹਨਾਂ ਨੇ ਟਰੈਕਟਰ ਮਾਰਚ ਵੀ ਐਡਾ ਵੱਡਾ ਕੀਤਾ ਹੈ ਤੇ ਉਹ ਦਿਖਾਇਆ ਕਿ ਉਸ ਲੈਵਲ ਤੇ ਜਾਂ ਤਾਂ ਸਰਕਾਰ ਦੇ ਅੰਦਰ ਇੱਕ ਡਰ ਉਸ ਲੈਵਲ ਤੇ ਵੀ ਦਬਾਅ ਦੇ ਵਿੱਚ ਅਸੀਂ ਨਹੀਂ ਆਵਾਂਗੇ। ਇੱਕ ਮੰਤਰੀ ਕਹਿ ਰਿਹਾ ਦਬਾਅ 'ਚ ਨਹੀਂ ਆਵਾਂਗੇ। ਦਬਾਅ 'ਚ ਨਹੀਂ ਆਉਂਦੇ ਤਾਂ ਤੁਸੀਂ ਦਲੀਲ 'ਚ ਆ ਜਾਓ, ਦਲੀਲ 'ਚ ਨਹੀਂ ਆਉਂਦੇ ਤਾਂ ਤੁਸੀਂ ਵੈਸੇ ਲੋਕਾਂ ਦੀ ਇੱਕ ਕਦਰ ਕਰੋ ਕਿ ਜਿਹੜੇ ਵੀ ਦੇਸ਼ ਦੇ ਨਾਗਰਿਕ ਨੇ ਉਹਨਾਂ ਦੀ ਗੱਲ ਸੁਣੀ ਜਾਣੀ ਚਾਹੀਦੀ ਹੈ। 70 ਤੋਂ ਵੱਧ ਬੰਦਿਆਂ ਦੀ ਮੌਤ ਹੋਈ ਹੈ, ਮਤਲਬ ਉਹ ਵੀ ਤਾਂ ਇੱਕ ਬੜੀ ਵੱਡੀ ਗੱਲ ਹੈ, ਉਹਨੂੰ ਵੀ ਤਾਂ ਸੰਵੇਦਨਸ਼ੀਲਤਾ ਦੇ ਤਰੀਕੇ ਨਾਲ ਸੋਚਣ ਦਾ ਸਵਾਲ ਹੈ। ਔਰ ਹੁਣ ਇੱਕੋ ਗੱਲ ਰਹਿ ਗਈ ਹੈ ਕਿ ਕਿਸਾਨਾਂ ਨੇ ਕਿਹਾ ਵੀ ਹੁਣ ਤਾਂ ਅਸੀਂ 26 ਤਰੀਕ ਦੀ ਤਿਆਰੀ ਕਰ ਰਹੇ ਹਾਂ। 26 ਤਰੀਕ ਨੂੰ ਇੱਕ ਬੜਾ ਵੱਡੀ ਪਰੇਡ, ਇੱਕ ਅਲਟਰਨੇਟਿਵ ਪਰੇਡ ਜਿਹੜੀ ਹੈ ਉਹ ਹੋਏਗੀ ਗੌਰਮੈਂਟ ਦੇ ਮੁਕਾਬਲੇ 'ਤੇ, ਔਰ ਉਹ ਪਰੇਡ ਇਹ ਦੱਸੇਗੀ ਕਿ ਹਾਂ ਅਸੀਂ ਦੁਨੀਆ ਨੂੰ ਵੀ ਦੱਸੇਗੀ ਕਿ ਕਿੰਨੇ ਲੋਕ ਆਪਣੇ ਢੰਗ ਨਾਲ ਦੇਸ਼ ਦੇ ਵਿੱਚ ਤਾਂ ਗਣਤੰਤਰਤਾ ਦਿਵਸ ਮਨਾ ਰਹੇ ਨੇ ਪਰ ਸਰਕਾਰ ਤੋਂ ਪਰੇਸ਼ਾਨ ਹੋ ਕੇ ਉੱਥੇ ਬੈਠੇ ਹੋਏ ਨੇ। ਇਹ ਬੜਾ ਕਰੂਸ਼ਲ ਮੌਕਾ ਆਏਗਾ। ਹੁਣ ਗੌਰਮੈਂਟ ਉਹਨਾਂ ਨੂੰ ਬੰਦ ਕਰਦੀ ਹੈ, ਰੋਕਦੀ ਹੈ ਦਿੱਲੀ ਦੀਆਂ ਸੜਕਾਂ 'ਤੇ ਜਾਣ ਤੋਂ। ਜੇ ਰੋਕਦੀ ਹੈ ਤਾਂ ਕੀ ਟਕਰਾਅ ਇਹਦੇ 'ਚੋਂ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਇੱਕ ਸਿਚੁਏਸ਼ਨ ਦੇ ਵਿੱਚ ਖਲਾ ਹੈ ਕਿ ਇੰਨੇ ਲੰਮੇ ਸਮੇਂ ਦਾ ਸ਼ਾਂਤਮਈ ਅੰਦੋਲਨ ਨੂੰ ਜੇਕਰ ਮਤਲਬ ਪ੍ਰਵੋਕੇਟ ਕਰਦੇ ਨੇ, ਜੇਕਰ ਭੜਕਾਹਟ ਜਿਹੜੀ ਪੈਦਾ ਕਰਦੀ ਹੈ ਗੌਰਮੈਂਟ ਦੀ ਸਾਈਡ, ਤਾਂ ਇਹ ਜਮਹੂਰੀਅਤ ਲਈ ਚੰਗੀ ਨਹੀਂ ਹੋਏਗੀ, ਕਿ ਖਤਰਨਾਕ ਮਾਹੌਲ ਉਸ ਲੈਵਲ 'ਤੇ ਹੋਏਗਾ। ਇਹਨੂੰ 15 ਤਰੀਕ ਦੀ ਦੁਬਾਰਾ ਮੀਟਿੰਗ ਹੈ, ਜਿੰਨਾ ਚੰਗੇ ਤਰੀਕਾ ਹੋਏਗਾ, ਜਿੰਨੇ ਠੀਕ ਤਰੀਕੇ ਦੇ ਨਾਲ ਮਾਮਲਾ ਨਿਬੜ ਜੇ, ਲੋਕ ਵੀ ਆਪਣੇ ਘਰਾਂ ਨੂੰ ਆਉਣ ਤੇ ਅੱਗੇ ਤੋਂ ਖੇਤੀ ਦੇ ਮਾਮਲੇ ਨਾਲ ਜੁੜੇ ਲੋਕਾਂ ਦਾ ਜਿਹੜਾ ਥੋੜ੍ਹਾ ਬਹੁਤ ਭਵਿੱਖ ਦਾ ਸੁਰੱਖਿਅਤ ਦਾ ਸਵਾਲ ਹੈ ਉਹ ਵੀ ਜੁੜੇ, ਤੇ ਦੇਸ਼ ਵੀ ਇੱਕ ਬੜੀ ਵੱਡੀ ਬੇਚੈਨੀ ਤੇ ਵੱਡੀ ਕੀਮਤ ਦੇਣ ਤੋਂ ਬਚ ਜੇ। ਹਮੀਰ ਸਿੰਘ ਜੀ, ਕੱਲ ਫਿਰ ਇੱਕ ਵਾਰ ਕੇਂਦਰੀ ਮੰਤਰੀਆਂ ਨੇ ਕਿਸਾਨਾਂ ਨੂੰ ਕਿਹਾ ਵੀ ਕਿ ਅਸੀਂ ਕੁਝ ਲੋਕਾਂ ਨਾਲ, ਕੁਝ ਕਿਸਾਨ ਜਥੇਬੰਦੀਆਂ ਨਾਲ ਗੱਲ ਕੀਤੀ ਹੈ, ਇਹ ਸਾਰੇ ਤਿੰਨੋਂ ਖੇਤੀ ਕਾਨੂੰਨਾਂ ਬਾਰੇ, ਤੇ ਉਹ ਇਸ ਕਾਨੂੰਨਾਂ ਦੇ ਜਿਹੜਾ ਸਮਰਥਨ ਦੇ ਵਿੱਚ ਨੇ, ਉਹਨਾਂ ਦੀ ਹਮਾਇਤ ਕਰ ਰਹੇ ਨੇ। ਉਹ ਕਿਹੜੇ ਲੋਕ ਨੇ ਜਾਂ ਉਹ ਕਿਹੜੀ ਕਿਸਾਨ ਜਥੇਬੰਦੀਆਂ ਨੇ, ਉਹਨਾਂ ਪਿੱਛੇ ਕੇਂਦਰ ਸਰਕਾਰ ਕੁਝ ਦੱਸਣ ਨੂੰ ਹਲੇ ਤਿਆਰ ਨਹੀਂ। ਇਸ ਨੂੰ ਕਿਵੇਂ ਦੇਖੋਗੇ? ਬਿਲਕੁਲ ਪਤਾ ਨਹੀਂ ਉਹਨਾਂ ਨੇ ਕਿੱਥੋਂ, ਵੈਸੇ ਤਾਂ ਇਦੋਂ ਪਹਿਲਾਂ ਜਿੰਨੇ ਵੀ ਬੰਦੇ ਖੜੇ ਕੀਤੇ, ਜਿੰਨੀਆਂ ਜਥੇਬੰਦੀਆਂ ਖੜੀਆਂ ਕੀਤੀਆਂ, ਤੇ ਉਹ ਸਾਰਿਆਂ 'ਚੋਂ ਜਦੋਂ ਕਿਸੇ ਦੀ ਜਾਂਚ ਕੀਤੀ ਜਾਂਦੀ ਹੈ ਉਹ 'ਚੋਂ ਬਹੁਤ ਗਿਣਤੀ ਜਾਲੀ ਨੇ। ਪਰ ਦੂਜੀ ਗੱਲ ਇਹ ਹੈ ਕਿ ਕੀ ਸਰਕਾਰਾਂ ਇਹ ਰੁਖ ਲੈਣਗੀਆਂ ਅੱਗੇ ਨੂੰ ਕਿ ਜੇ ਕੋਈ ਧਿਰ ਕਿਸੇ ਗੱਲ ਤੇ ਇਤਰਾਜ਼ ਪ੍ਰਗਟ ਕਰਦੀ ਹੈ ਤਾਂ ਉਹਦੇ ਮੁਕਾਬਲੇ ਤਾਕਤ ਇਕੱਠੀ ਕਰਨੀ ਸ਼ੁਰੂ ਕਰਦੇ, ਸਮਾਜ 'ਚ ਫੁੱਟ ਪਾਉਣੀ ਸ਼ੁਰੂ ਕਰਦੇ, ਉਸ ਭਾਈਚਾਰੇ 'ਚ ਫੁੱਟ ਪਾਉਣੀ ਸ਼ੁਰੂ ਕਰਦੇ, ਤੇ ਇੱਕ ਖਾਸ ਕਿਸਾਨ ਭਾਈਚਾਰੇ 'ਚ। ਔਰ ਜੇ ਸਰਕਾਰ ਨੂੰ ਐਂ ਲੱਗਦਾ ਤੁਹਾਡੀ ਵੱਡੀ ਰੈਲੀ ਕਿਸਾਨਾਂ ਦੀ, ਉਹਨੂੰ ਕਹਿ ਦੇਣੋ ਜਥੇਬੰਦੀਆਂ ਆਪਣੀ ਰੈਲੀ ਕਰ ਲੈਣ
ਕਿੱਥੇ ਨੇ ਉਹ ਜਥੇਬੰਦੀਆਂ, ਕਿਹੜੇ ਗਰਾਊਂਡ ਤੇ ਨੇ, ਕੌਣ ਜਾਣਦਾ ਹੈ? ਜੇਕਰ ਦੇਸ਼ ਦੇ ਵਿੱਚ ਲਗਭਗ 900 ਦੇ ਕਰੀਬ ਜਥੇਬੰਦੀ ਜਾਂ ਕਿਸਾਨ ਮਹਾਸੰਘ ਦੇ ਵਿੱਚ ਇਕੱਠੀ ਆ, ਜਾਂ ਆਲ ਇੰਡੀਆ ਕਿਸਾਨ ਸੰਘਰਸ਼ ਕਮੇਟੀਆਂ ਦੇ ਜਿਹੜੇ ਰੂਪ ਦੇ ਵਿੱਚ ਇਕੱਠੀਆਂ ਜਥੇਬੰਦੀਆਂ ਨੇ, ਤੇ ਉਹਨਾਂ ਤੋਂ ਅਲੱਗ ਉਹ ਕਿਹੜੀਆਂ ਜਥੇਬੰਦੀਆਂ ਨੇ ਜਿਹੜੀਆਂ ਖੁੱਲ੍ਹ ਕੇ ਆਉਣਾ ਚਾਹੀਦਾ? ਕੀ ਉਹਨਾਂ ਨੂੰ ਪਤਾ ਹੈ ਕਿਵੇਂ ਉਹ ਖੇਤੀ ਕਰਦੇ ਨੇ, ਕਿਉਂ ਉਹ ਇਹਦੇ ਪੱਖ 'ਚ ਨੇ? ਸਭ ਕੁਝ ਸਾਹਮਣੇ ਆਉਣਾ ਚਾਹੀਦਾ। ਔਰ ਦੂਜੀ ਗੱਲ ਇਹ ਹੈ ਕਿ ਤੁਸੀਂ ਆਪਣੇ ਜਿਹੜਾ ਰਾਸ਼ਟਰੀ ਕਿਸਾਨ ਸੰਘ ਹੈ ਉਹਨੂੰ ਹੀ ਮਨਾ ਕੇ ਦਿਖਾਓ ਵੀ ਉਹ ਤੁਹਾਡੇ ਪੱਖ ਦੇ ਵਿੱਚ ਹੈ। ਉਹ ਤਾਂ ਤੁਹਾਡੇ ਪੱਖ 'ਚ ਆ ਨਹੀਂ ਰਿਹਾ। ਤੁਸੀਂ ਕਿਹੜੀਆਂ ਜਥੇਬੰਦੀਆਂ ਦੀ ਗੱਲ ਕਰ ਰਹੇ ਹੋ? ਹਾਂ, ਇਹ ਗੱਲ ਠੀਕ ਹੈ ਕਿ ਤੁਸੀਂ ਇੱਕ ਜਨਰਲ ਇੱਕ ਪ੍ਰਚਾਰ ਕਰ ਰਹੇ ਹੋ ਕਿ ਸਾਡੇ ਕੋਲ ਬਹੁਤ ਆਉਂਦੇ ਨੇ, ਸਾਡੇ ਕੋਲ ਬਹੁਤ ਆਉਂਦੇ ਨੇ। ਐ ਕਹਿਣ ਨਾਲ ਤਾਂ ਕੁਝ ਨਹੀਂ ਹੋਣਾ। ਇਹਦਾ ਮਤਲਬ ਲੱਖਾਂ ਲੋਕ ਜਿਹੜੇ ਬੈਠੇ ਹੋਏ ਨੇ, ਜਿਹੜੇ ਲੋਕ ਆਪੋ ਆਪਣੀਆਂ ਰਾਜਧਾਨੀਆਂ 'ਚ ਦੇਸ਼ ਭਰ ਦੇ ਵਿੱਚ ਤਾਂ ਮੁਜ਼ਾਹਰੇ ਕਰ ਰਹੇ ਨੇ, ਉਹਨਾਂ ਤੋਂ ਵੱਡੀਆਂ ਤੁਹਾਡੇ ਕੋਲ ਕਿਹੜੀਆਂ ਜਥੇਬੰਦੀਆਂ ਨੇ? ਮੰਨ ਲਓ ਜੇ ਹੋਵੇ ਵੀ ਕੁਝ ਜਥੇਬੰਦੀਆਂ, ਕੁਝ ਲੋਕ ਤੁਹਾਡੇ ਪੱਖ 'ਚ ਹੋਣ ਵੀ, ਤਾਂ ਐਡੀ ਵੱਡੀ ਬਹੁ ਗਿਣਤੀ ਨੂੰ ਛੱਡ ਕੇ ਤੁਸੀਂ ਇਹ ਸੋਚ ਲਓਗੇ ਕਿ ਜੀ ਨਹੀਂ, ਇਹ ਤਾਂ ਤੁਹਾਡਾ ਇਸ ਲੈਵਲ ਦਾ ਇੱਕ ਮੈਂ ਨਾ ਮਾਨੂ ਵਾਲੀ ਗੱਲ ਹੈ ਕਿ ਕਿਉਂਕਿ ਇਹ ਕਿਸਾਨਾਂ ਦੇ ਪੱਖ 'ਚ ਨੇ, ਇਸ ਕਰਕੇ ਸਾਨੂੰ ਕੁਝ ਲੋਕ ਕਹਿ ਰਹੇ ਨੇ ਤੇ ਇਸ ਕਰਕੇ ਅਸੀਂ ਵਾਪਸ ਨਹੀਂ ਲੈ ਰਹੇ। ਉਹ ਕਿਹੜੇ ਕਿਸਾਨਾਂ ਦੇ ਪੱਖ 'ਚ ਨੇ? ਉਹ ਕਿਸਾਨ ਕਿੱਥੇ ਰਹਿੰਦੇ ਨੇ, ਕਿਹੜੇ ਦੇਸ਼ 'ਚ ਰਹਿੰਦੇ ਨੇ, ਕਿੱਥੇ ਨੇ ਉਹ ਜਿਹੜੇ ਨੇ? ਉਹਨਾਂ ਦੇ ਨਾਲ ਜੁੜੇ ਹੋਏ ਕੋਈ ਨੁਮਾਇੰਦੇ ਹੋਣਗੇ, ਉਹ ਨੁਮਾਇੰਦੇ ਆਰਗੂਮੈਂਟ ਕਰਦੇ ਕਿਤੇ ਦਿਖਾਈ ਦਿੰਦੇ ਹੋਣਗੇ, ਇਕੱਲੇ ਛੁਪ ਕੇ ਤੁਹਾਨੂੰ ਹੀ ਮਿਲ ਜਾਂਦੇ ਨੇ। ਸਾਰੇ ਲੋਕਾਂ ਨੂੰ ਇਹਨਾਂ ਕਿਸਾਨਾਂ ਦੇ ਇੱਥੇ ਆ ਕੇ ਸਿੰਘੂ ਬਾਰਡਰ ਬੈਠੇ ਨੇ, ਟਿਕਰੀ ਬੈਠੇ ਨੇ, ਗਾਜੀਪੁਰ ਬੈਠੇ ਨੇ, ਸ਼ਾਹਜਹਾਂਪੁਰ ਬੈਠੇ ਨੇ, ਉੱਥੇ ਉਹ ਕਿਸਾਨ ਆ ਜਾਣ, ਆਪਣੇ ਭਾਈਆਂ ਨੂੰ, ਆਪਣੀਆਂ ਭੈਣਾਂ, ਆਪਣੀਆਂ ਮਾਤਾਵਾਂ ਨੂੰ ਸਮਝਾਉਣ ਕਿ ਤੁਹਾਨੂੰ ਅਸਲ 'ਚ ਸਮਝ ਨਹੀਂ ਆਇਆ, ਸਾਨੂੰ ਸਮਝ ਆ ਗਿਆ। ਉਹ ਤਾਂ ਆਪਣੇ ਭਾਈਚਾਰੇ ਦੇ ਵਿੱਚ ਜਾ ਹੀ ਸਕਦੇ ਨੇ ਨਾ, ਤੇ ਉਹ ਕਿੱਥੇ ਨੇ? ਇਸ ਕਰਕੇ ਇੱਕ ਇਹੋ ਜਿਹਾ ਖੜਾ ਕਰਨਾ ਵਰਤਾਂਤ ਜਿਹੜੇ ਦੀ ਕੋਈ ਜ਼ਮੀਨ ਹੀ ਨਾ ਹੋਵੇ, ਜਿਹਦਾ ਕੋਈ ਵਜੂਦ ਹੀ ਨਾ ਹੋਵੇ, ਉਹ ਮਾਮਲਾ ਕੇਵਲ ਗਵਰਨਮੈਂਟ ਦੇ ਇੱਕ ਜਿਹੜਾ ਝੂਠ ਪ੍ਰਸਾਰ ਦਾ ਤਰੀਕਾ ਬਣ ਜਾਂਦਾ ਹੈ। ਔਰ ਇਹ ਨਹੀਂ ਮਤਲਬ ਮੰਨਣ ਵਾਲੀ ਗੱਲ, ਮੰਨਣਯੋਗ ਗੱਲ ਨਹੀਂ ਹੁੰਦੀ ਕਦੇ ਵੀ। ਹਰਮੀਤ ਸਿੰਘ ਜੀ, ਜਿਵੇਂ ਕੇਂਦਰ ਇਸ ਟਾਈਮ ਅੜੀਅਲ ਰਵੱਈਆ ਅਖਤਿਆਰ ਕਰੀ ਬੈਠਾ ਹੈ ਤੇ ਕਿਸਾਨਾਂ ਨੇ ਵੀ ਦੂਜੇ ਪਾਸੇ ਕਹਿਤਾ ਜਾਂ ਤਾਂ ਜਿੱਤਾਂਗੇ ਜਾਂ ਮਰਾਂਗੇ, ਤੇ ਇਸ ਨੂੰ ਤੁਸੀਂ ਕਿਵੇਂ ਦੇਖੋਗੇ? ਤੇ ਹੁਣ ਕਿਸਾਨ ਅਗਲੀ ਰਣਨੀਤੀ ਕੀ ਰੱਖਣਗੇ? ਨਹੀਂ, ਉਹ ਤਾਂ ਕਿਸਾਨ ਸ਼ੁਰੂ ਤੋਂ ਹੀ ਜਦ ਤੋਂ ਲੜਾਈ ਲੜ ਰਹੇ ਨੇ, ਖਾਸ ਤੌਰ ਤੇ 25 ਨਵੰਬਰ ਤੋਂ ਬਾਅਦ ਤਾਂ ਇੱਕੋ ਗੱਲ ਕਹਿ ਕੇ ਗਏ ਨੇ ਕਿ ਹੁਣ ਆਰ-ਪਾਰ ਦੀ ਲੜਾਈ ਹੈ, ਹੁਣ ਇਹ ਕਾਨੂੰਨ ਵਾਪਸ ਹੋਣੇ ਚਾਹੀਦੇ ਨੇ, ਔਰ ਹੁਣ ਇਹ ਕਾਨੂੰਨ ਵਾਪਸ ਹੋਇਆ ਤੋਂ ਬਿਨਾਂ ਅਸੀਂ ਘਰ ਜਾ ਨਹੀਂ ਸਕਦੇ ਔਰ ਅਸੀਂ ਨਾ ਜਾਣਾ ਹੈ। ਉਧਰੋਂ ਪਹਿਲਾਂ ਉਹ ਕੇਂਦਰ ਸਰਕਾਰ ਇਹ ਕਹਿੰਦੀ ਸੀ ਵੀ ਇਹਨਾਂ ਤੇ ਚਰਚਾ ਕਰ ਲੈਂਦੇ ਆ, ਸ਼ੋਧ ਕਰ ਲੈਂਦੇ ਆ, ਤੇ ਪਿਛਲੇ ਹੁਣ ਉਹ ਕਹਿ ਰਹੀ ਹੈ ਬਸ ਇਹਨਾਂ ਤੇ ਗੱਲ ਨਹੀਂ ਜੀ, ਨਵੀਂ ਗੱਲ ਕਰੋ। ਨਵੀਂ ਕਾਹਦੇ ਤੇ ਗੱਲ ਕਰਨੀ ਹੈ? ਜਿਹਦੇ ਤੇ ਰੌਲਾ ਗੱਲ ਤਾਂ ਉਹਦੇ ਤੇ ਹੋਣੀ ਹੈ ਨਾ, ਤੀਜੇ ਥਾਂ ਕਾਹਦੇ ਤੇ ਗੱਲ ਕਰਨੀ ਹੁੰਦੀ ਹੈ? ਔਰ ਇਸੇ ਲਈ ਜਿਹੜਾ ਉਹ ਆਰ-ਪਾਰ ਦੀ ਲੜਾਈ ਦਾ ਸਵਾਲ ਹੈ, ਇਹ ਇਕੱਲੇ ਕਿਸਾਨ ਆਗੂਆਂ ਦਾ ਮਾਮਲਾ ਨਹੀਂ ਹੈ ਕਿ ਉਹ ਕਹਿ ਰਹੇ ਨੇ ਜਾਂ ਉਹ ਨਹੀਂ ਮੰਨ ਰਹੇ। ਇਹ ਪੂਰੇ ਲੋਕ ਜਿੰਨੇ ਸੰਘਰਸ਼ ਦੇ ਵਿੱਚ ਕੁੱਦੇ ਹੋਏ ਨੇ, ਦੇਸ਼ ਵਿਦੇਸ਼ ਤੱਕ ਜਿੰਨੀਆਂ ਵੀ ਲੋਕਾਂ ਦਾ ਮਾਮਲਾ ਇਹਦੇ ਨਾਲ ਜੁੜਿਆ ਹੋਇਆ, ਉਹ ਸਾਰੇ ਲੋਕ ਕਹਿ ਰਹੇ ਨੇ, ਇਕੱਲੇ ਕਿਸਾਨ ਨਹੀਂ ਕਹਿ ਰਹੇ ਜਾਂ ਇਕੱਲੇ ਆਗੂ ਨਹੀਂ ਕਹਿ ਰਹੇ। ਹੁਣ ਸਵਾਲ ਇਹ ਹੈ ਕਿ ਕੀ ਤੁਸੀਂ ਲੋਕਾਂ ਦਾ ਰਾਜ ਲੋਕਾਂ ਦੀ ਰਾਏ ਨਾਲ ਚਲਾਉਣਾ ਚਾਹੁੰਦੇ ਹੋ, ਜਾਂ ਲੋਕਾਂ ਤੇ ਧੱਕੇ ਨਾਲ ਕੋਈ ਚੀਜ਼ਾਂ ਠੋਸ ਕੇ ਰਾਜ ਚਲਾਉਣਾ ਚਾਹੁੰਦੇ ਹੋ? ਠੋਸਣ ਦਾ ਤਰੀਕਾ ਤਾਂ ਹਮੇਸ਼ਾ ਤਾਨਾਸ਼ਾਹ ਤਰੀਕਾ ਹੁੰਦਾ ਹੈ। ਔਰ ਜਿਵੇਂ ਬੀਜੇਪੀ ਕਹਿ ਰਹੀ ਹੈ ਕਿ ਕਾਮਰੇਡ ਨੇ ਜਾਂ ਕਾਮਰੇਡ ਤਾਂ ਫਿਰ ਡਿਕਟੇਟਰਸ਼ਿਪ, ਜੇ ਕਾਮਰੇਡ ਕਰ ਤੁਸੀਂ ਡਿਕਟੇਟਰਸ਼ਿਪ ਕਰੋਗੇ। ਜੇਕਰ ਕੋਈ ਧਿਰ ਕਹਿੰਦੀ ਹੈ ਕਿ ਮੈਂ ਗੱਲ ਨਹੀਂ ਸੁਣਨੀ, ਤਾਂ ਦੂਜੀ ਤੁਸੀਂ ਉਦੋਂ ਜ਼ਿਆਦਾ ਖਤਰਨਾਕ ਕਰੋਗੇ। ਤੁਸੀਂ ਜੇ ਕਹਿੰਦੇ ਹੋ ਕਿ ਅਸੀਂ ਜਮਹੂਰੀਅਤ 'ਚ ਯਕੀਨ ਰੱਖਦੇ ਹਾਂ, ਤਾਂ ਜਮਹੂਰੀਅਤ 'ਚ ਯਕੀਨ ਦਾ ਮਤਲਬ ਹੁੰਦਾ ਕਿ ਪ੍ਰਧਾਨ ਮੰਤਰੀ ਕਿਸਾਨ ਆਗੂਆਂ ਨੂੰ ਬੁਲਾਏ ਸਿੱਧੇ ਤੌਰ ਤੇ, ਔਰ ਬੁਲਾ ਕੇ ਉਹਨਾਂ ਨਾਲ ਗੱਲ ਕਰੇ। ਤੇ ਜੇ ਉਹਨਾਂ ਨੂੰ ਕਨਵਿੰਸ ਨਹੀਂ ਕਰਾ ਸਕਦੇ, ਜਾਂ ਜੇ ਉਹਨਾਂ ਨੂੰ ਲੱਗਦਾ ਕਿਸਾਨਾਂ ਨੂੰ ਕਿ ਤੁਹਾਡੀ ਗੱਲ ਗਲਤ ਹੈ ਉਸੇ ਤਰੀਕੇ ਨਾਲ, ਤਾਂ ਉਹ ਮੰਨ ਕੇ ਤੁਸੀਂ ਇਸ ਲੈਵਲ ਦੀ ਇੱਕ ਮਿਸਾਲ ਪੇਸ਼ ਕਰੋ ਕਿ ਤੁਹਾਡਾ ਜਮਹੂਰੀਅਤ 'ਚ ਯਕੀਨ ਹੈ, ਤੁਹਾਡਾ ਸੰਵਿਧਾਨ 'ਚ ਯਕੀਨ ਹੈ, ਤੁਹਾਡਾ ਕਾਨੂੰਨ 'ਚ ਯਕੀਨ ਹੈ, ਨਾ ਕਿ ਇਸ ਗੱਲ ਦੀ ਕਿ ਅਸੀਂ ਅੜੀਅਲਾਂ, ਅਸੀਂ ਤਾਕਤ, ਅਸੀਂ ਪਿੱਛੇ ਨਹੀਂ ਮੁੜਦੇ ਹੁੰਦੇ। ਇਹ ਤਾਂ ਇੱਕ ਜਿੱਦ ਅਸਲ 'ਚ ਇਹਨੂੰ ਕਹਿੰਦੇ ਨੇ, ਇਹਨੂੰ ਹੰਕਾਰ ਕਹਿੰਦੇ ਨੇ, ਨਾ ਕਿ ਮਤਲਬ ਬਦਲ ਜਾਣ ਨੂੰ ਕਿ ਜੇ ਤੁਹਾਡੇ ਤੋਂ ਕੋਈ ਗਲਤੀ ਹੋ ਗਈ ਉਹਨੂੰ ਮੰਨ ਲਓ, ਉਹਦੇ ਨਾਲ ਬੰਦਾ ਵੱਡਾ ਹੁੰਦਾ, ਇਹਦੇ ਨਾਲ ਛੋਟਾ ਨਹੀਂ ਹੋਊਗਾ ਜੇਕਰ ਉਹ ਮੰਨ ਲੇ। ਹਰਮੀਤ ਸਿੰਘ ਜੀ, ਹੁਣ ਅਗਲੀ ਮੀਟਿੰਗ ਜਿਹੜੀ ਹੈ 15 ਜਨਵਰੀ ਦੀ ਰੱਖੀ ਗਈ ਹੈ। 15 ਜਨਵਰੀ ਦੀ ਮੀਟਿੰਗ ਦੇ ਵਿੱਚ ਤੁਹਾਨੂੰ ਲੱਗਦਾ ਕੋਈ ਕੇਂਦਰ ਕੋਈ ਨਵੀਂ ਗੱਲਬਾਤ ਲੈ ਕੇ ਆਏਗਾ, ਜਾਂ ਕਿਸਾਨ ਜਥੇਬੰਦੀਆਂ ਕੋਈ ਨਵੀਂ ਗੱਲ ਕਰਨਗੇ? ਸੰਭਵ ਹੈ ਜੇ ਨਵੀਂ ਗੱਲ ਲੈ ਕੇ ਆਏਗਾ, ਨਵੀਆਂ ਪ੍ਰਪੋਜ਼ਲਾਂ ਜਿਵੇਂ ਹਵਾ 'ਚ ਤੈਰ ਰਹੀਆਂ ਸੀ ਕਿ ਸਟੇਟਾਂ ਨੂੰ ਹੱਕ ਦੇ ਦਿਓ, ਫਲਾਨਾ ਨੂੰ, ਕੋਈ ਆਏਗਾ ਤਾਂ ਸ਼ਾਇਦ ਗੱਲਬਾਤ ਠੀਕ ਤਰੀਕੇ ਨਾਲ ਅੱਗੇ ਤੁਰਦੀ ਰਹੇਗੀ। ਜੇ ਬਿਨਾਂ ਕਿਸੇ ਨਵੀਂ ਗੱਲ ਤੋਂ ਐਂ ਰੋਜ਼ ਬੈਠਣ ਦਾ, ਤਾਂ ਫਿਰ ਮਤਲਬ ਆਟੋਮੈਟਿਕਲੀ ਖਤਮ ਹੋ ਜਾਂਦਾ ਨਾ ਕਿਸੇ ਧਿਰ ਨੂੰ। ਜਿਵੇਂ ਕੱਲ੍ਹ ਵੀ ਕਿਸਾਨ ਫਿਰ ਮੌਨ ਵਰਤ ਰੱਖ ਕੇ ਬੈਠ ਗਏ ਵੀ ਇਦੋਂ ਬਿਨਾਂ ਫਿਰ ਗੱਲ ਹੀ ਨਹੀਂ, ਗੱਲ ਤਾਂ ਕਿਸੇ ਨਵੀਂ ਗੱਲ ਤੇ ਹੀ ਤੁਰੇਗੀ 15 ਨੂੰ। ਜੇ 26 ਤਰੀਕ ਨੂੰ ਚਿੰਤਾਜਨਕ ਤਰੀਕੇ ਨਾਲ ਕੇਂਦਰ ਲੈ ਰਿਹਾ, ਤਾਂ 15 ਤਰੀਕ ਤੱਕ ਕੋਈ ਇਹੋ ਜਿਹਾ ਸਿਸਟਮ ਬਣਾਉਣਾ ਪਊਗਾ ਕਿ ਜਿਹਦੇ ਨਾਲ
ਮਾਮਲਾ ਨਿਬੜ ਸਕੇ ਕਿਸੇ ਵੀ ਰੂਪ ਦੇ ਵਿੱਚ। ਨਹੀਂ ਤਾਂ ਇਹ ਅੰਦੋਲਨ ਹੈ ਤੇ ਇਹ ਅੰਦੋਲਨ ਵੱਧਦਾ ਜਾ ਰਿਹਾ, ਉਹਦਾ ਦਾਇਰਾ ਵੱਧਦਾ ਜਾ ਰਿਹਾ। ਦਲਿਤ ਵੱਡੀ ਗਿਣਤੀ ਦੇ ਵਿੱਚ ਗਏ ਨੇ ਤੇ ਇਸ ਤੋਂ ਬਾਅਦ ਵੀ 23 ਤਰੀਕ ਦਾ ਇੱਕ ਐਲਾਨ ਕੀਤਾ ਦਲਿਤਾਂ ਦੇ ਇੱਕ ਗਰੁੱਪ ਨੇ ਕਿ ਅਸੀਂ ਵੀ 23 ਤਰੀਕ ਨੂੰ ਜਾਵਾਂਗੇ 26 ਤੋਂ ਪਹਿਲਾਂ ਬੜੇ ਵੱਡੇ ਪੈਮਾਨੇ ਦੇ ਉੱਤੇ। ਔਰ ਜਦੋਂ ਇਹ ਧਿਰਾਂ ਜਿਹੜੀਆਂ ਕਿਰਤੀ ਧਿਰਾਂ ਨੇ ਆਪਸ ਦੇ ਵਿੱਚ ਰਲਣਗੀਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਿਆਸਤ ਨੂੰ ਵੀ ਉਸੇ ਰੂਪ 'ਚ ਪ੍ਰਭਾਵਿਤ ਕਰਨਗੀਆਂ। ਔਰ ਜਿਹੜਾ ਇਹ ਐਲੀਗੇਸ਼ਨ ਨੇ ਇਲਜ਼ਾਮਬਾਜ਼ੀ ਹੈ, ਇਲਜ਼ਾਮਬਾਜ਼ੀ ਦਾ ਵੀ ਕੋਈ ਤੁਕ ਨਹੀਂ ਬਚੂਗੀ ਉਸ ਤੋਂ ਬਾਅਦ ਜਦੋਂ ਸਾਰੇ ਲੋਕ ਇਸ ਅੰਦੋਲਨ 'ਚ ਕੁਤਬ ਕੇ ਜਾਗਰੂਕ ਹੋ ਜਾਣਗੇ। ਇਹ ਸਨ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਵੀ ਕਿਸਾਨਾਂ ਦੀ 8ਵੇਂ ਦੌਰ ਦੀ ਮੀਟਿੰਗ ਦਾ ਕੋਈ ਪੋਜ਼ੀਟਿਵ ਨਤੀਜੇ ਜਿਹੜੇ ਆ ਸਾਹਮਣੇ ਨਹੀਂ ਆ ਸਕੇ ਤੇ ਹੁਣ ਅਗਲੀ ਮੀਟਿੰਗ ਜਿਹੜੀ ਹੈ 15 ਜਨਵਰੀ ਨੂੰ ਹੈ। ਹੁਣ ਵੇਖਣ ਵਾਲੀ ਗੱਲ ਇਹ ਰਹੇਗੀ 15 ਜਨਵਰੀ ਦੀ ਮੀਟਿੰਗ 'ਚ ਕੇਂਦਰ ਸਰਕਾਰ ਕੋਈ ਨਵੀਂ ਗੱਲਬਾਤ ਲੈ ਕੇ ਆਉਂਦੀ ਹੈ ਜਿਸ ਤੇ ਕਿਸਾਨ ਜਥੇਬੰਦੀਆਂ ਕੋਈ ਵਿਚਾਰ ਕਰ ਸਕਣ, ਕੋਈ ਉਹਨਾਂ ਦੀ ਗੱਲ ਵੱਲ ਗੌਰ ਕਰ ਸਕਣ। ਨਹੀਂ ਤਾਂ ਕਿਸਾਨ ਜਥੇਬੰਦੀਆਂ ਦੀ ਇੱਕੋ ਮੰਗ ਹੈ ਇਹ ਤਿੰਨੋਂ ਕਾਨੂੰਨ ਰੱਦ ਕੀਤੇ ਜਾਣ। ਹੁਣ ਇਹ ਦੇਖਣ ਨਾਲ ਰਹੇਗਾ ਕੇਂਦਰ ਕਿਸਾਨਾਂ ਦੀ ਮੰਗ ਨੂੰ ਕਿੰਨਾ ਕੁ ਜਲਦੀ ਮੰਨਦਾ ਹੈ। ਕੱਲ੍ਹ ਨੂੰ ਇਸੇ ਸਮੇਂ ਫੇਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।